हर हीरा जन जौहरी, लेके मांड हाट। जब ही पाइएं पारखू, तब हीरन की साट। कबीर जैसी उपजी पेड़ ते, जो तैसी निभह ऊड़। हीरा किसका बापरा, पुजै न रतन करोड़। हर सो हीरा छाड़ के, करहैं आन की आस। हर सो हीरा छाड़ के, करहैं आन की आस। ते नर दोजक जाहेंगे, ते नर दोजक जाहेंगे। सत पाख रविदास, सत पाख रविदास। परम सन्मानयोग जुगु जुगी अटल बाणी के बोहित। बाणी गुरु गुरु है बाणी, बिच बाणी अमृत सारे। गुरबाणी कह सीवक जन मानै, परतख गुरु निस्तारे। जुगु जुगे अटल साहब सतगुरु श्री गुरु ग्रंथ साहब महाराज जी की निੱਘੀ गोद अंदर। उदासीन डेरा संत बाबा टहलाई सलेम टाबरी लुधियाना। साध संगत जी अंदर सच्चा नीहो लाया, प्रीतम आपणे। तन मन होए निहाल, जां गुर देखां सामणे। सतगुणां दी प्रतख दीदार करदे होए, चारण सरन गुर एक पैंडा डाई चल। सतगुर कूट पैंडा आगे हुए लेत है। एक बार सतगुर मंत्र सिमरन मात्र, सिमरन ताहें बारंबार गुर हेत है। भावनी भगत भाई कौडी अगर भाग रखै, ताहें गुर सर्व निधान दान देत है। सतगुर दया निध महिमा अगाध बूध, नमो 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 नेत 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 है। सतगुरु ਦੇ ਚਰਨਾਂ ਵਿੱਚ ਸੰਗਤ ਰੂਪ ਹੋ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੀ ਆਦਰਣੀय ਸਤਿਕਾਰਯੋਗ ਸਾਧ ਸੰਗਤ ਜੀ। ਜੈ ਗੁਰਦੀਪ, ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਆਦਰਣੀय ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। जैसे तो मुराल माल जाई, बैस्त है मानसार मुक्ता, अमोल खाए खाए विगसात है। जिमें हंसां दी डार उड़ी है, अति मान सरोवर ती जाके बैठ गई है। मुक्ता अमूल, अमोलक कीमती हीरे मोती चुग चुके, खाए खाए विगसात है। आनंद धोंदे नहीं, रस लेंदे नहीं। क्योंकि हंसा हीरा मोती चुगना, हंसां दी खुराक है मोती चुगने ने। ते कुदरत दा नियम ही कि जिहड़ा हंस 12 साल लगातार साध संगत दी हीरे मोती चुगदा ही, हीरे मोती चुगण लई मान सरोवर ते बह जाना काफ़ी नहीं। मोतियां दी प्राप्ति लई, हीरियां दी प्राप्ति लई हंस नूं डूंघी चुब्भी लगाउणी पैंदी, फिर मोती हीरे उहदी खुराक उहनूं मिलदी है। कुदरत दा नियम है कि 12 साल लगातार
ਹੰਸ ਮੋਤੀ ਚੁਗਦਾ ਈ ਤੇ 12 ਸਾਲ ਬਾਅਦ ਇੱਕ ਰਤਨ ਗੁਲਛਦਾ ਏ। ਰਤਨ ਇੱਕ ਰਤਨ ਗੁਲਛਣ ਲਈ 12 ਸਾਲ ਲਗਾਤਾਰ ਮਿਹਨਤ ਕਰਤੇ ਦੀ ਕੁਦਰਤ ਦੇ ਅੰਦਰ ਨਿਯਮ ਬੰਦ ਮਰਜ਼ਾਦਾ ਵਿੱਚ ਰਹਿ ਕੇ ਪ੍ਰਾਪਤੀ ਹੁੰਦੀ ਹੈ। ਦੂਸਰਾ ਬਚਨ ਭਾਈ ਸਾਹਿਬ ਬਚਨ ਕਰਦੇ ਨੇ, ਜੈਸੀ ਤੋ ਸੱਜਣ ਮਿਲ ਬੈਠਤ ਹੈ ਪਾਕ ਸਾਲ ਅਨਕ ਪਰ ਕਾਰ ਵਿਅੰਜਨ ਆਸ ਰਸ ਖਾਤ ਹੈ। ਜਿਵੇਂ ਦੋਸਤ ਸੱਜਣ ਗੁਰੂ ਕੀਆਂ ਲਾਡਲੀਆਂ ਸੰਗਤਾਂ ਸੰਗਤ ਰੂਪ ਹੋ ਕਰਕੇ ਇਕੱਤਰਤ ਹੋ ਕੇ ਬੈਠਦੀਆਂ ਨੇ, ਸਤਿਗੁਰ ਦੀ ਮਿਹਰ ਸਦਕਾ ਭੋਜਨ ਪ੍ਰਸਾਦ ਗ੍ਰਹਿਣ ਕਰਦੀਆਂ ਨੇ, ਆਨੰਦਿਤ ਹੁੰਦੇ ਨੇ। ਤੀਸਰਾ ਵਚਨ ਭਾਈ ਸਾਹਿਬ ਆਖਦੇ ਨੇ, ਜੈਸੀ ਤੋ ਸੱਜਣ ਮਿਲ ਜੈਸੀ ਤੋ ਤਰਵਰ ਕੀ ਛਾਇਆ ਜਾਈ ਬੈਸਤ ਅਨੇਕ ਪੰਛੀ। ਜੈਸੀ ਤੋ ਤਰਵਰ ਕੀ ਛਾਇਆ ਜਾਈ ਬੈਸਤ ਅਨੇਕ ਪੰਛੀ। ਜਿਵੇਂ ਫਲਦਾਰ ਦਰਖਤ 'ਤੇ ਜਾ ਕੇ ਅਨੇਕਾਂ ਪੰਛੀ ਬੈਠਦੇ ਨੇ ਅਤੇ ਮਿੱਠੇ ਮਿੱਠੇ ਫਲ ਖਾਂਦੇ ਨੇ। ਜੈਸੀ ਤੋ ਤਰਵਰ ਕੀ ਛਾਇਆ ਜਾਈ ਬੈਸਤ ਅਨੇਕ ਪੰਛੀ ਖਾਈ ਮਧੁਰ ਫਲ ਮਧੁਰ ਵਚਨ ਸੁਹਾਤ ਹੈ। ਮਿੱਠੇ ਮਿੱਠੇ ਫਲ ਖਾਂਦੇ ਨੇ ਅਤੇ ਮਿੱਠੇ ਮਿੱਠੇ ਆਵਾਜ਼ ਦੇ ਅੰਦਰ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ, ਉਹਦੀ ਯਾਦ ਵਿੱਚ ਆਨੰਦਿਤ ਹੁੰਦੇ ਨੇ। ਤੈਸੇ ਗੁਰ ਸਿੱਖ ਮਿਲ ਬੈਠਤੈ ਧਰਮਸਾਲ ਸ਼ਬਦ ਅਨਾਹਦ ਰਸ ਅੰਮ੍ਰਿਤ ਆਘਾਤ ਹੈ। ਇਉਂ ਹੀ ਗੁਰੂ ਕੀਆਂ ਲਾਡਲੀਆਂ ਸੰਗਤਾਂ ਸਤਸੰਗੀ ਗੁਰਸਿੱਖ ਸੰਗਤਾਂ ਕਦਮ ਕਦਮ ਸਤਿਗੁਰੂ ਦੀ ਯਾਦ ਅੰਦਰ ਚੱਲਦੇ ਨੇ ਅਤੇ ਧਿਆਨ ਸਤਿਗੁਰੂ ਦੇ ਚਰਨਾਂ ਵਿੱਚ ਹੁੰਦਾ ਏ, ਸਿਮਰਨ ਵਿੱਚ ਹੁੰਦਾ ਏ। ਸ਼ਰਧਾ ਭਾਵਨਾ ਸਹਿਤ ਸਤਿਗੁਰੂ ਦੇ ਚਰਨਾਂ ਵਿੱਚ ਸੱਜ ਬੈਠਦੇ ਨੇ ਅਤੇ ਨਮਸਕਾਰ ਕਰਕੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ। ਅਮੋਲਕ ਰੱਬੀ ਬਾਣੀ ਦੇ ਗੁਣਾਂ ਨੂੰ ਸ਼ਬਦਾਂ ਨੂੰ ਆਪਣੇ ਸਵਾਸਾਂ ਰੂਪੀ ਡੋਰ ਦੇ ਵਿੱਚ ਪਰੋ ਲੈਂਦੇ ਨੇ ਅਤੇ ਗਲੇ ਦਾ ਹਾਰ ਬਣਾ ਲੈਂਦੇ ਨੇ। ਉਸੇ ਨੂੰ ਪਾਤਸ਼ਾਹ ਕਹਿੰਦੇ ਨੇ, ਕੰਠ ਮਿਲਿਆ ਹਰ ਨਾ ਹੋ। ਹਿਰਦੇ ਦੇ ਅੰਦਰ ਗਲੇ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਹਾਰ ਪਰੋਇਆ ਗਿਆ ਹੈ। ਮਨ ਬੇਧਿਆ ਚਰਨਾ ਰਵਿੰਦ, ਮਨ ਪਰਮ ਪਿਤਾ ਪਰਮੇਸ਼ਰ ਦੇ ਸ਼ਬਦ ਵਿੱਚ ਬਿੰਨਿਆ ਗਿਆ ਹੈ, ਪਰੋਇਆ ਗਿਆ। ਦਰਸ਼ਨ ਲਗੜਾ ਸਾਹੂ, ਦਰਸ਼ਨਾਂ ਦੀ ਪ੍ਰੀਤ ਹੈ, ਦਰਸ਼ਨਾਂ ਦੀ ਤਾਂ ਗਈ ਇੱਕ ਟਿਕ ਲਿਵ ਲੱਗੀ ਹੋਏ ਦਰਸ਼ਨਾਂ ਦੇ ਲਈ। ਅਤੇ ਸਾਧ ਸੰਗਤ ਜੀ, ਆਪਾਂ ਬੀਤੇ ਦਿਨਾਂ ਤੋਂ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਗਏ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਰੱਬੀ ਬਾਣੀ ਦੇ 40 ਸ਼ਬਦਾਂ ਦੀ ਵਿਚਾਰ ਸਾਂਝੀ ਕੀਤੀ ਹੈ ਆਪ ਸੰਗਤਾਂ ਦੀ, ਸਤਿਗੁਰ ਦੀ ਅਕਾਲ ਪੁਰਖ ਦੀ ਮਿਹਰ ਸਦਕਾ। ਅਤੇ ਅੱਜ ਸਤਿਗੁਰਾਂ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ ਸਲੋਕ, ਹਰ ਸੁਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੂਜਕ ਜਾਹੇਂਗੇ ਸਤ ਪਾਖੈ ਸਤ ਪਾਖੈ ਰਵਿਦਾਸ। ਇਹ ਪਾਵਨ ਸਲੋਕ ਜਿਸ ਦੀ ਵਿਚਾਰ ਕਰਨ ਜਾ ਰਹੇ ਹਾਂ, ਇਹ ਪਾਵਨ ਸਲੋਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਗ 1377 'ਤੇ ਸੁਭਾਈਮਾਨ ਹੈ ਅਤੇ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਏ 241 ਸ਼ਬਦ, ਜਿਨ੍ਹਾਂ ਵਿੱਚ ਸਾਹਿਬ ਸਤਿਗੁਰੂ ਅਮਰਦਾਸ ਜੀ, ਸਾਹਿਬ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੇ ਗਏ ਸਲੋਕ ਨੇ। 241 ਤੇ 242ਵਾਂ ਇਹ ਪਾਵਨ ਸਲੋਕ ਸਤਿਗੁਰੂ ਦਾਸ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ ਹੈ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਅਭੇਦਤਾ
ਤੇ ਪਾਰ ਬ੍ਰਹਮ ਪਰਮੇਸ਼ਰ ਦੀ ਮਹਾਨਤਾ, ਜਿਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਤੇ ਸਤਿਗੁਰਾਂ ਨੇ ਤੇ ਬਚਨ ਆਖਿਆ ਈ, ਕਹਿ ਰਵਿਦਾਸ ਅਕਥ ਕਥਾ। ਸਾਹਿਬ ਸਤਿਗੁਰੂ ਦਸ ਮਹਾਰਾਜ ਜੀ ਬਚਨ ਕਰਦੇ ਨੇ ਕਿ ਇਹ ਰਵਿਦਾਸ ਕਹਿ, ਜੋ ਪਰਮੇਸ਼ਰ ਨੇ ਕਿਹਾ ਈ ਉਹ ਕਹਿ। ਉਹ ਕੀ? ਅਕਥ ਕਥਾ, ਕਹਿ ਰਵਿਦਾਸ ਅਕਥ ਕਥਾ। ਕਹਿੰਦੀ ਪਾਰ ਬ੍ਰਹਮ ਪਰਮੇਸ਼ਰ ਦੀ ਮਹਿਮਾ, ਕੀਰਤੀ, ਉਪਮਾ ਜਿਹੜੀ ਉਹ ਕਹਿਣ ਤੋਂ ਬਾਹਰ ਹੈ, ਅਕਥ ਹੈ, ਕਥਾ ਨਹੀਂ ਕੀਤੀ ਜਾ ਸਕਦੀ। ਐਸਾ ਸੁੰਦਰ ਸੋਹਣਾ ਪਾਰ ਬ੍ਰਹਮ ਪਰਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ, ਕੀਰਤ, ਜਸ ਕਹੀ ਨਹੀਂ ਜਾ ਸਕਦੀ, ਕਿੰਨੀ ਕੁ ਹੈ। ਸਤਿਗੁਰੂ ਕਬੀਰ ਮਹਾਰਾਜ ਜੀ ਨੇ ਤੇ ਬਚਨ ਆਖ ਦਿੱਤਾ ਈ, ਕਬੀਰ ਸਾਤ ਸਮੁੰਦਰ ਮਸ ਕਰੂ। ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਓ, ਕਲਮ ਕਰੋ ਬਣ ਰਾਏ। ਅਤੇ ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਆਂ ਜਾਣ। ਵਸ ਦਾ ਕਾਗਦ ਜਾਂ ਕਰੋ, ਵਸ ਦਾ ਨਾਮ ਧਰਤੀ ਦਾ ਏ, ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਏ। ਬਸ ਦਾ ਕਾਗਦ ਜਾਂ ਕਰੋ, ਹਰ ਜਸ ਲਿਖਣ ਨਾ ਡਾਈ। ਤੇ ਪਰਮ ਪਿਤਾ ਪਰਮੇਸ਼ਰ ਪਾਰ ਬ੍ਰਹਮ ਹਰੀ ਦਾ ਜਸ ਮਹਿਮਾ ਕਹਿੰਦੇ ਲਿਖੀ ਨਹੀਂ ਜਾ ਸਕਦੀ, ਬਾਹਰ ਹੈ ਲਿਖਣ। ਇਸ ਲਈ ਸਤਿਗੁਰੂ ਦਾਸ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਦੀ ਮਹਿਮਾ, ਮਹਾਤਮ, ਮਹਾਨਤਾ ਜਿਹੜੀ ਉਹ ਆਪਣੀ ਬਾਣੀ ਦੇ ਅੰਦਰ ਵੀ ਪ੍ਰਗਟ ਕਰਦੇ ਨੇ। ਜਿੱਥੇ ਅੱਜ ਪਾਤਸ਼ਾਹ ਬਚਨ ਕਰਦੇ ਨੇ, ਹਰ ਸੋ ਹੀਰਾ। ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ, ਹਰ ਜਿਹਦਾ ਭਾਵ ਹੈ, ਅਰਥ ਹੈ ਪਾਰ ਬ੍ਰਹਮ। ਤੇ ਜਿਸੇ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਜੈਸਾ ਹਰ ਹੀ ਹੋਏ, ਤੇਰੇ ਵਗਾ ਕੇਵਲ ਤੂੰ ਹੀ ਹੋਏ। ਇਸ ਲਈ ਕਹਿ ਰਵਿਦਾਸ ਅਕਥ ਬਤ ਕਥਾ ਬਹੁ ਕਾਹੇ ਕਰੀਡੇ, ਜੈਸਾ ਤੂੰ ਤੈਸਾ ਤੂੰ ਹੀ। ਪਰਮੇਸ਼ਰ ਜਿਹੋ ਜਿਹਾ ਤੂੰ, ਉਹ ਕੇਵਲ ਤੂੰ ਏ, ਤੇਰੇ ਵਰਗਾ ਦੂਸਰਾ ਕੋਈ ਹੈ ਹੀ ਨਹੀਂ। ਕਿਹਦੇ ਵਰਗਾ ਆਖ ਦਈਏ? ਬਹੁ ਕਾਹੇ ਕਰੀਡੇ, ਕਹਿੰਦੇ ਬਹੁਤਾ ਲੰਮੀਆਂ ਚੌੜੀਆਂ ਕਹਾਣੀਆਂ ਪਾ ਕੇ ਕੀ ਕਹਿਣਾ ਏ। ਜੈਸਾ ਤੂੰ ਤੈਸਾ ਤੂੰ ਹੀ, ਜੈਸਾ ਪਰਮੇਸ਼ਰ ਤੂੰ ਏ, ਉਹ ਕੇਵਲ ਤੂੰ ਏ। ਕਿਆ ਉਪਮਾ ਦੀ ਦੇ, ਕਹਿੰਦੇ ਕਿਹਦੇ ਨਾਲ ਤੇਰੀ ਪ੍ਰਮਾਣ ਦੇ ਦਈਏ, ਕੋਈ ਹੈ ਹੀ ਨਹੀਂ ਤੇਰੇ ਵਰਗਾ। ਇਸ ਲਈ ਹਰ ਪਾਰ ਬ੍ਰਹਮ, ਸੋ ਉਹ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪਾਰ ਬ੍ਰਹਮ, ਸੋ ਦਾ ਅਰਥ ਵੀ ਪਾਰ ਬ੍ਰਹਮ ਹੈ। ਤੇ ਹੀਰਾ ਪਾਰ ਬ੍ਰਹਮ ਪਰਮੇਸ਼ਰ, ਤੇਰੇ ਵਰਗਾ ਕੋਈ ਹੈ ਹੀ ਨਹੀਂ। ਹੀਰੇ ਦਾ ਤਾਂ ਮੁੱਲ ਪੈ ਸਕਦਾ ਏ, ਕੀਮਤ ਦਿੱਤੀ ਜਾ ਸਕਦੀ ਏ, ਬੋਰੀਆਂ ਭਰੀਆਂ ਜਾ ਸਕਦੀਆਂ ਨੇ ਹੀਰਿਆਂ ਦੀਆਂ, ਪਰ ਪਰਮੇਸ਼ਰ ਤੂੰ ਤਾਂ ਇੱਕ ਹੈ। ਏਕ ਪਾਰ ਬ੍ਰਹਮ ਦੁਤੀਆ ਨਾਸਤ। ਇਸ ਲਈ ਦੂਸਰਾ ਹੈ ਹੀ ਨਹੀਂ, ਕਿਵੇਂ ਕਹਿ ਦਈਏ ਤੇਰੇ ਵਰਗਾ ਹੈ। ਇਸ ਲਈ ਸਤਿਗੁਰੂ ਦਸ ਮਹਾਰਾਜ ਆਪਣੀ ਬਾਣੀ ਵਿੱਚ ਵੀ ਪ੍ਰਮਾਣ ਦਿੰਦੇ ਨੇ, ਹਰ 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 ਹਰੇ। ਪਾਰ ਬ੍ਰਹਮ ਪਰਮਾਤਮਾ ਦੀ ਮਹਾਨਤਾ ਪ੍ਰਗਟ ਕਰਦੇ ਹੋਏ ਪਾਤਸ਼ਾਹ ਇੱਕ ਬੰਦ ਦੇ ਅੰਦਰ 7 ਵਾਰ ਹਰ ਹਰ ਕਹਿੰਦੇ ਨੇ। ਇੱਕ ਵਾਰ ਕਹਿ ਕੇ ਵੀ ਗੱਲ ਹੋ ਸਕਦੀ ਸੀ, ਪਰ ਪਾਤਸ਼ਾਹ ਨੇ ਅਸੀਮ ਮਹਿਮਾ, ਪਰਮੇਸ਼ਰ ਦੀ ਮਹਿਮਾ ਅਸੀਮ ਹੈ, ਸੀਮਾ ਤੋਂ ਬਾਹਰ ਹੈ, ਕਹੀ ਨਹੀਂ ਜਾ ਸਕਦੀ। ਇਸ ਲਈ 7 ਵਾਰ ਸ਼ਬਦ ਵਰਤਿਆ ਹੈ। ਤੇ ਜਿਨ੍ਹਾਂ ਨੇ ਪਰਮੇਸ਼ਰ ਤੇਰਾ ਸਿਮਰਨ ਕੀਤਾ ਹੈ, ਹਰ ਸਿਮਰਤ, ਪਰਮ ਪਿਤਾ ਪਰਮੇਸ਼ਰ ਹਰੀ ਨੂੰ ਸਿਮਰਿਆ ਏ, ਜਪਿਆ ਏ ਸਵਾਸ ਸਵਾਸ। ਗਏ ਨਿਸਤਾਰ ਤਰੇ, ਉਹ ਆਪ ਤਰੇ ਨੇ ਤੇ ਸੰਗਤ ਲਈ ਜਹਾਜ਼ ਰੂਪ ਮਲਾਹ ਬਣੇ ਨੇ। ਖੇਵਟ ਗੁਰ, ਆਪ ਤਰੇ ਨੇ ਤੇ ਸੰਗਤਾਂ ਨੂੰ ਤਾਰਨ ਲਈ ਪਰਮੇਸ਼ਰ ਤੇਰਾ ਰੂਪ ਹੋ ਨਿਬੜੇ ਨੇ। ਹਰ ਸਿਮਰਤ ਜਨ ਗਏ ਨਿਸਤਾਰ ਤਰੇ, ਹਰ ਕੇ ਨਾਮ ਕਬੀਰ ਉਜਾਗਰ।
हे परम पिता पारब्रह्म परमेश्वर, तेरे नाम सिमਰਨ सदका ही सतगुरु कबीर जी संसार ते प्रगट होए ने। जन्म जन्म के काटे कग, जिन्हां ने जन्म सिमਰਨ सदका जन्मां जन्मां दा लेखा मुका दिता, जिस नूं पातशाह कहंदे ने धर्म राई दर कागद फाड़े। धर्म राय ने जिहड़ा लेखा लिखिया सी, वो कागज पाड़ के भरे सुੱਟ ਦਿੱਤੇ। ਕਹਿੰਦੇ ਤੁਸੀਂ परमेश्वर पार ब्रह्म परम पिता नूं इन्ना खुश कर लिया ही, उन्होंने तो तुहानूं अपने आसन ते थां दे दित्ती। अब तो जाई चढ़ा सिंघासन मिल है सारंग पाणी, राम कबीरा एक पए हैं कोई न सकै पछाणी। इसलिए सहब सतगुरु रविदास पातशाह बचन करते हैं, परमेश्वर की महानता पार ब्रह्म की महिमा वचन करते हैं। हर के नाम कबीर उजागर, जन्म जन्म के काटे कागर, निमत नाम दिओ दूध पी आया। जिन्हों नीविਆਂ तो नीवें शींबा आख्या जाता सी, निमरता दे नाल उन्होंने परम पिता परमेश्वर तेरा सिमरन किया है, तेनों आराध्या है। ते परमेश्वर निश्चौ कर आराध्या, होए दयाल दरस दिखलाया। दूध पियाए भगत कर गया, नामे हर का दर्शन पया। सतगुरु नामदेव जी जिन्हों ने सिमरन सदका नामै नारायण नाही भे। कहते परमेश्वर ने अपने ते मेरे च कोई फर्क ही नहीं रखे, ते सामने बह के दुध पीता ही। निमत नाम दिओ दूध पी आया, तो जग जन्म संकट नहीं आया। तो जग जन्म संकट नहीं आया, जन्म तो ही ਜਿਹੜੇ संकट सी जन्म मन का चक्कर सी खत्म हो गया, तो अमर पद भी प्राप्त हो गया। अगे पातशाह धन गुरु दास महाराज बचन हैं, जन रविदास राम रंग राता, इं गुर प्रसाद नरक नहीं जाता। कहते सेवक दास भाव, दासा भाव धार के सेवक हो के पातशाह सतगुरु दास जी कहते हैं कि दास ने रविदास ने परमेश्वर के नाम रंग विच रंगे गए हाँ। स्वास स्वास सिमरिया है सतनाम, सतनाम सदा सुखदाई। विश्वास सत विश्वास है, इसलिए जन रविदास राम रंग राता, इं गुर प्रसाद नरक नहीं जाता। हुण कहते विश्वास है कि इस विधि करके सिमरन सदका जन्म मरण के चक्कर तो मुक्त हो गए हैं, तो प्रभु प्राप्ति हो गई। तो सत्संग जी सतगुरु गुरु रविदास महाराज जी ने इस पावन शब्द के अंदर सतगुरु नामदेव जी ते सतगुरु कबीर जी ते सतगुरु दास महाराज तीन महापुरुषों का प्रमाण। तो सत्संग जी जो धन गुरु ग्रंथ साहिब जी की बाणी विचारते हाँ पढ़ते हाँ, तो राग आसा के अंदर निरासन आस पूर्णन, जदों जिंदगी के अंदर जन्मां जन्मां की निराश होयां दी आस पूर्ण होंदी है, ते पातशाह दे बचन आउंदे ने, दरस प्यासे दिन सरात, चितबों आन दिन नीत, फूल कपट गुर मिलिया, नानक हर संग मीत। आस प्यासी मैं फैलों, कब पेखों गोपाल, है कोई साजन संत जन नानक प्रभ मिलनहार। बिन मिलवै शांत न उपडै, तिल पल रहन न डाए, हर साधा शरणागति नानक आस पुजाए। परमेश्वर अकाल पुरख पार ब्रह्म सतपुरुषां दे अंग संग रहिंदा है, सदा कोल वसदा। तू भगतां कै वासु, भगतां ताण तेरा। ते सत्संग जी जदों सतगुरु गुरु ग्रंथ साहिब जी की बाणी नूं विचारते हाँ, तो सत्संग जी 475 अंग दे उत्ते 475 अंक दे उत्ते साहिब श्री गुरु ग्रंथ साहिब जी के अंदर पूरा मूल मंत्र एक ओंकार सतनाम करता पुरख निर्भव निर्भैर अकाल मूर्त आजूनी सैव हंग गुर प्रसाद। अगे पातशाह दे बचन हैं, राग आसा बाणी भगतां की,
ਅੱਗੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਬਾਣੀ ਅੰਕਿਤ ਕਰਦੇ ਨੇ ਤੇ ਬਚਨ ਲਿਖਦੇ ਨੇ, ਸ੍ਰੀ ਕਬੀਰ ਜੀਓ, ਨਾਮਦੇਵ ਜੀਓ, ਸ੍ਰੀ ਰਵਿਦਾਸ ਜੀਓ। ਤੇ ਜਦੋਂ ਬਾਣੀ ਦੀ ਆਰੰਭਤਾ ਕਰਦੇ ਅੱਗੇ ਪਹਿਲਾਂ ਸਤਿਗੁਰੂ ਕਬੀਰ ਮਹਾਰਾਜ ਦੀ ਬਾਣੀ ਆਉਂਦੀ ਤੇ ਪਾਤਸ਼ਾਹ ਲਿਖਦੇ ਨੇ ਆਸਾ ਸ੍ਰੀ ਕਬੀਰ ਜੀਓ। ਉਸ ਤੋਂ ਉਪਰੰਤ ਜਦੋਂ ਸਤਿਗੁਰੂ ਨਾਮਦੇਵ ਜੀ ਦੀ ਬਾਣੀ ਉਦੋਂ ਲਿਖਦੇ ਆਸਾ ਬਾਣੀ ਸ੍ਰੀ ਨਾਮਦੇਵ ਜੀਓ। ਉਸ ਤੋਂ ਅੱਗੇ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਉੱਥੇ ਆਉਂਦੇ ਨੇ, ਲਿਖਦੇ ਨੇ ਆਸਾ ਬਾਣੀ ਸ਼੍ਰੀ ਰਵਿਦਾਸ ਜੀਓ। ਤੇ ਸਾਧ ਸੰਗਤ ਜੀ ਮੂਲ ਮੰਤਰ ਜਿਹੜਾ ਪੂਰਾ ਏ ਉਹ ਕੇਵਲ ਤੇ ਕੇਵਲ 3 ਮਹਾਂਪੁਰਸ਼ਾਂ ਦੇ ਨਾਮ ਦੇ ਉੱਪਰ ਦਰਜ ਹੈ। ਬਾਣੀ ਅੱਗੇ ਆਸਾ ਰਾਗ ਦੇ ਅੰਦਰ ਸਾਧ ਸੰਗਤ ਜੀ ਸਤਿਗੁਰੂ ਸੇਖ ਫਰੀਦ ਜੀ ਦੀ ਵੀ ਹੈ ਤੇ ਬਾਣੀ ਸਤਿਗੁਰੂ ਧੰਨਾ ਜੀ ਦੀ ਵੀ ਹੈ। ਪਰ ਜਿਹੜਾ ਮੂਲ ਮੰਤਰ ਹੈ, ਪੂਰਨ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਕੇਵਲ 3 ਮਹਾਂਪੁਰਸ਼ਾਂ ਦੇ ਨਾਮ ਦੇ ਨਾਲ 475 ਅੰਗ ਦੇ ਉੱਤੇ ਸੁਭਾਇਮਾਨ ਹੈ। ਭਾਵ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਸ੍ਰਿਸ਼ਟੀ ਦਾ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਇੱਕ ਹੈ। ਸਤਨਾਮ ਉਹਦਾ ਨਾਮ ਸੱਚਾ ਹੈ, ਨਾਮ ਹੈ, ਹਸਤੀ ਹੈ, ਜੋ ਕਦੇ ਮਿਟਾਇਆ ਨਹੀਂ ਜਾ ਸਕਦਾ, ਨਾ ਮਿਟੇਗਾ। ਕਰਤਾ ਉਹ ਸੰਸਾਰ ਦਾ ਕਰਤਾ ਹੈ, ਪੁਰਖ ਹਰ ਕਣ ਕਣ ਵਿੱਚ, ਹਰ ਘਟ ਘਟ ਵਿੱਚ ਬਿਰਾਜਮਾਨ ਹੈ ਤੇ ਸੰਭਾਲ ਕਰਦਾ। ਨਿਰਭਉ ਉਹ ਡਰ ਤੋਂ ਰਹਿਤ ਹੈ। ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਦੁਸ਼ਮਣੀ ਨਹੀਂ ਰੱਖਦਾ। ਅਕਾਲ ਮੂਰਤ ਉਹਦਾ ਸਰੂਪ ਜਿਸ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ। ਅਜੂਨੀ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਅਮਰ ਹੈ। ਸਹਿਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਗੁਰ ਪ੍ਰਸਾਦ ਅਗਿਆਨਤਾ ਦੇ ਅੰਧੇਰੇ ਵਿੱਚੋਂ ਕੱਢ ਕੇ ਜਿਹੜਾ ਗੁਰੂ ਪ੍ਰਸਾਦ ਕਿਰਪਾ ਕਰ ਦੇਵੇ, ਮਿਹਰ ਦੀ ਨਜ਼ਰ ਕਰ ਦੇਵੇ ਤੇ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਨੇ, ਮਿਲਾਪ ਹੋ ਜਾਂਦਾ ਹੈ। ਗੱਡ ਕੇ ਆਖੂ ਸਤਨਾਮ ਸੇ। ਤੋ ਇਸ ਲਈ ਜਿਨ੍ਹਾਂ ਸਤਪੁਰਸ਼ਾਂ ਨੇ ਪਰਮ ਪਿਤਾ ਪਰਮੇਸ਼ਰ ਦੇ ਨਾਲ ਪ੍ਰਤੱਖ ਸਾਹਮਣੇ ਬਹਿ ਕੇ ਵਾਰਤਾਲਾਪ ਕੀਤਾ ਹੈ, ਉਹਨਾਂ ਦੇ ਨਾਮ ਦੇ ਨਾਲ ਇਹ ਮੂਲ ਮੰਤਰ 475 ਅੰਗ ਦੇ ਉੱਤੇ ਸੁਭਾਇਮਾਨ ਹੈ। ਸਹਿਬ ਸਤਿਗੁਰੂ ਕਬੀਰ ਜੀ, ਸਹਿਬ ਸਤਿਗੁਰੂ ਨਾਮਦੇਵ ਜੀ, ਸਹਿਬ ਸਤਿਗੁਰੂ ਰਵਿਦਾਸ ਜੀ। ਤੇ ਪਰਮ ਪਿਤਾ ਪਰਮੇਸ਼ਰ ਪਾਰਬ੍ਰਹਮ ਦੀ ਮਹਿਮਾ ਮਹਾਨਤਾ ਕਹੀ ਨਹੀਂ ਜਾ ਸਕਦੀ, ਆਖਣ ਤੋਂ ਬਾਹਰ ਹੈ। ਤੇ ਪਾਤਸ਼ਾਹ ਹਰ 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 ਹਰੇ ਹਰ ਸਿਮਰਤ ਜਨ ਗੈ ਨਿਸਤਾਰਤਰ, ਇਸ ਪਾਵਨ ਸ਼ਬਦ ਅੰਦਰ ਵੀ ਸਤਿਗੁਰੂ ਦਾਸ ਮਹਾਰਾਜ, ਸਤਿਗੁਰੂ ਕਬੀਰ ਜੀ, ਸਤਿਗੁਰੂ ਨਾਮਦੇਵ ਤੇ ਆਪਣਾ ਜੀਵਨ ਦੇ ਅੰਦਰ ਪਰਮ ਪਿਤਾ ਪਰਮੇਸ਼ਰ ਨੂੰ ਪ੍ਰਾਪਤੀ ਦੇ ਜੋ ਸਤਿਗੁਰਾਂ ਨੇ ਅਨੁਭਵ ਤੱਕਿਆ, ਉਸ ਨੂੰ ਆਪਣੇ ਪਾਵਨ ਸ਼ਬਦ ਦੇ ਅੰਦਰ ਪ੍ਰਗਟ ਕੀਤਾ। ਤੇ ਅੱਜ ਪਾਤਸ਼ਾਹ ਬਚਨ ਕਰਦੇ ਨੇ ਹਰ ਪਾਰ ਬ੍ਰਹਮ ਸੋ ਉਹ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਹੀਰਾ। ਤਿੰਨਾਂ ਸ਼ਬਦਾਂ ਦਾ, ਅੱਖਰਾਂ ਦਾ ਅਰਥ ਕੇਵਲ ਪਾਰ ਬ੍ਰਹਮ ਹੈ। ਭਾਵ ਸ੍ਰਿਸ਼ਟੀ ਸਿਰਜਣਹਾਰ ਵੀ ਪਰਮੇਸ਼ਰ ਹੈ, ਪਾਲਣਹਾਰ ਵੀ ਪਰਮੇਸ਼ਰ ਹੈ ਤੇ ਲੈ ਕਰਨ ਵਾਲਾ, ਭਾਵ ਉਸ ਨੂੰ ਸ਼ਿੰਗਾਰ ਕਰਨ ਵਾਲਾ ਵੀ ਪਰਮੇਸ਼ਰ ਹੈ। ਉਸ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਨੇ ਏਕਾ ਮਾਈ, ਇਹ ਕਿਆ ਪਰਮੇਸ਼ਰ ਤੇਰੀ ਮਹਿਮਾ ਆ। ਜੁਗਤ ਵਿਆਏ, ਜੁਗਤ ਐਸੀ ਹੈ, ਮਰਜ਼ਾਦਾ ਐਸੀ ਹੈ। ਤਿੰਨ ਚੇਲੇ ਪਰਵਾਨ, ਪਰਮੇਸ਼ਰ ਤੇਰੀ ਮਿਹਰ ਤੋਂ, ਤੇਰੇ ਸ਼ਕਤੀ ਤੋਂ, ਪਾਵਰ ਤੋਂ ਪਰਮੇਸ਼ਰ ਤਾਂ 3 ਚੇਲੇ ਪੈਦਾ ਕੀਤੇ ਨੇ। 3 ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਪਾਵੈ ਤਵੈ ਚਲਾਵੈ, ਡਿਵ ਹੋਵੈ ਫਰਮਾਨ। ਉਹ ਵੇਖੇ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਬੇਡਾਨ। ਆਦੇਸ ਤਸੈ ਆਦੇਸ, ਆਦ ਅਨੀਲ ਅਨਾਦਾ ਨਾਹ, ਜੁਗ ਜੁਗ ਏਕੋ ਵੇਸ। ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ, ਪਾਲਣਹਾਰ ਵੀ ਤੂੰ ਹੈ, ਪੈਦਾ ਕਰਨ ਵਾਲਾ ਵੀ ਤੂੰ, ਸ਼ਿੰਗਾਰ ਕਰਨ ਵਾਲਾ। ਪਰ ਜਿਨ੍ਹਾਂ ਨੂੰ ਤੂੰ ਡਿਊਟੀ ਦਿੱਤੀ ਏ ਪਾਲਣ ਦੀ,
पैदा करन दी, ਸ਼ਿੰਗਾਰ ਕਰਨ ਦੀ। ਉਹ ਤੇਰੀ ਮਿਹਰ ਸਦਕਾ ਜੋ ਤੂੰ ਕਹਿੰਦਾ ਉਹ ਕਰਦੇ ਨੇ, ਪਰ ਤੂੰ ਉਹਨਾਂ ਨੂੰ ਦੇਖਦਾ, ਉਹ ਤੈਨੂੰ ਦੇਖ ਨਹੀਂ ਸਕਦੇ। ਇਸ ਲਈ ਪਰਮੇਸ਼ਰ ਤੈਨੂੰ ਕੋਟ ਨਕੋਟ ਨਮਸਕਾਰ ਹੈ। ਆਦੇਸ ਤਸੈ ਆਦੇਸ, ਆਦ ਅਨੀਲ ਅਨਾਦ ਅਨਾਹਰ, ਜੁਗ ਜੁਗ ਏਕੋ। ਤੇ ਅੱਜ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਨੇ, ਪਰਮ ਪਿਤਾ ਪਰਮੇਸ਼ਰ ਪਰਮਾਤਮਾ ਜਿਹੜਾ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਹੈ, ਪਾਲਣਹਾਰ ਹੈ ਤੇ ਸ਼ਿੰਗਾਰ ਕਰਨ ਵਾਲਾ ਹੈ। ਤੋਹੇ ਮੋਹੇ ਮੋਹੇ ਤੋਹੇ, ਇਹ ਪਰਮੇਸ਼ਰ ਪਾਰਬਨ ਸ੍ਰਿਸ਼ਟੀ ਸਿਰਜਣਾ ਤੋਂ ਪਹਿਲਾਂ ਅਸੀਂ ਤੇਰੇ ਵਿੱਚ ਬਿਰਾਜਮਾਨ ਤਾਂ, ਮੈਂ ਤੇਰੇ ਵਿੱਚ ਬਿਰਾਜਮਾਨ ਸੀ। ਤੇ ਸ੍ਰਿਸ਼ਟੀ ਸਿਰਜਣਾ ਤੋਂ ਬਾਅਦ ਤੇਰੀ ਅੰਸ਼, ਤੇਰੀ ਜੋਤ ਸਾਡੇ ਅੰਦਰ ਬਿਰਾਜਮਾਨ ਹੈ। ਇਸ ਲਈ ਮੋਹੀ ਮੇਰੇ ਅੰਦਰ ਤੂੰ ਹੈ, ਤੂੰ ਮੈਂ ਹਾਂ, ਮੈਂ ਤੂੰ ਹਾਂ। ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਦਾ ਸ਼ਿੰਗਾਰ ਹੁੰਦਾ ਈ ਤੇ ਤੇਰੇ ਵਿੱਚ ਸਮਾ ਜਾਂਦੇ ਨੇ। ਇਸ ਲਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੂੰ ਮੈਂ ਹੈ, ਮੈਂ ਤੂੰ ਹਾਂ, ਮੈਂ ਤੂੰ ਹੈ, ਤੂੰ ਮੈਂ ਹੈ। ਇਸ ਲਈ ਤੇਰੇ ਤੇ ਮੇਰੇ ਵਿੱਚ ਅੰਤਰ ਕੈਸਾ। ਇਸ ਅਵਸਥਾ ਦੇ ਅੰਦਰ ਪਾਤਸ਼ਾਹ ਬਚਨ ਕਰਦੇ ਨੇ, ਹਰ ਸੁਹੀਰਾ ਛਾੜ ਕੇ, हे ਪਰਮ ਪਿਤਾ ਪਰਮੇਸ਼ਰ, ਜਿਹੜੇ ਜੀਵ ਜਿਨ੍ਹਾਂ ਨੂੰ ਤੂੰ ਜਨਮ ਦਿੱਤਾ, ਪਾਲਦਾ ਏ ਤੇ ਲੈ ਸ਼ਿੰਗਾਰ ਕਰਨਾ ਤੇਰੇ ਹੱਥ ਵਿੱਚ ਹੈ। ਜੇਕਰ ਤੈਨੂੰ ਭੁੱਲ ਕੇ, ਤੈਨੂੰ ਵਿਸਾਰ ਕੇ ਉਹ ਹੋਰ ਕਰੈ ਆਨ ਕੀ ਆਸ, ਕਿਸੇ ਮਨੁੱਖ ਤੋਂ ਜਾਂ ਦੇਵੀ ਦੇਵਤਿਆਂ ਤੋਂ ਹੋਰ ਕਿਸੇ ਢੰਗ ਦੇ ਨਾਲ ਕਹਿ ਦੇਣਗੇ ਕਿ ਅਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਾਂਗੇ, ਤੇਰੇ ਚਰਨਾਂ ਵਿੱਚ ਅਭੇਦ ਹੋ ਜਾਵਾਂਗੇ ਤੇ ਪਾਤਸ਼ਾਹ ਕਹਿੰਦੇ ਨੇ ਮੁਕਤੀ ਪ੍ਰਾਪਤ ਕਰ ਲਾਂਗੇ, ਕਦੇ ਨਹੀਂ ਹੋ ਸਕਦਾ। ਹਰ ਸੁਹੀਰਾ ਛਾੜ ਕੇ, ਪਰਮੇਸ਼ਰ ਪੈਦਾ ਕਰਨ ਵਾਲੇ ਨੂੰ, ਪਾਲਣ ਵਾਲੇ ਨੂੰ ਤੇ ਸ਼ਿੰਗਾਰ ਕਰਨ ਨੂੰ ਜੇ ਭੁੱਲ ਕੇ, ਤੈਨੂੰ ਭੁੱਲ ਕੇ ਭਾਵ ਅਸਲੋਂ ਪਾਰ ਬ੍ਰਹਮ ਨੂੰ ਭੁਲਾ ਕਰਕੇ ਜੋ ਹੋਰ ਕਿਸੇ ਤੋਂ ਆਸ ਰੱਖਦੇ ਨੇ ਪਰਮ ਆਨੰਦ ਦੀ, ਮੁਕਤੀ ਦੀ, ਭਾਵ ਕਿਸੇ ਦੇਵੀ ਦੇਵਤੀ ਤੋਂ, ਕਿਸੇ ਹੋਰ ਬੰਦੇ ਤੋਂ। ਤੇ ਸਤਿਗੁਰੂ ਦਾਸ ਮਹਾਰਾਜ ਕਹਿੰਦੇ, ਕਰਹਿ ਆਨ ਕੀ ਆਸ ਤੇ ਨਰ ਦੌੜ ਕੇ ਜਾਏਂਗੇ। ਐਸੇ ਬੰਦੇ ਪਾਤਸ਼ਾਹ ਕਹਿੰਦੇ ਭੁਲੇਖੇ ਵਿੱਚ ਆ, ਕਿਉਂਕਿ ਮਾਨਸ ਕੀ, ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪ੍ਰਚਾਰਾ ਕਰੈ ਦਿਨ ਰਾਤ। ਮਨੁੱਖ ਪਲ ਵਿੱਚ ਖੇਰ ਹੋਰ ਤੇ ਖਿੰਨ ਵਿੱਚ ਹੋਰ ਹੋ ਜਾਂਦਾ ਹੈ। ਇਸ ਲਈ ਹਰ ਸੁਹੀਰਾ ਛਾੜ ਕੇ ਕਰਹਿ ਆਨ ਕੀ ਆਸ ਤੇ ਨਰ ਦੌੜ ਕੇ ਜਾਏਂਗੇ। ਜਿਹੜੇ ਜੀ ਪਰਮੇਸ਼ਰ ਅਸਲੋਂ ਪਾਰ ਬ੍ਰਹਮ ਨੂੰ ਭੁੱਲ ਕੇ ਹੋਰ ਕਿਸੇ ਦੇਵੀ ਦੇ ਮਨੁੱਖ ਤੋਂ ਆਸ ਰੱਖਦੇ ਆ ਕਿ ਅਸੀਂ ਜ਼ਿੰਦਗੀ ਦੀਆਂ ਖੁਸ਼ੀਆਂ, ਮੁਕਤ ਪਦ, ਅਮਰ ਪਦ, ਪਰਮ ਰਸ, ਆਨੰਦ ਰਸ ਪ੍ਰਾਪਤ ਕਰ ਲਾਂਗੇ, ਕਹਿੰਦੇ ਕਦੇ ਨਹੀਂ ਹੋ ਸਕਦਾ, ਕਦੇ ਨਹੀਂ ਪ੍ਰਾਪਤ ਕਰ ਸਕਦੇ। ਉਹ ਭੁਲੇਖੇ ਵਿੱਚ ਨੇ। ਤੇ ਨਰ ਦੌੜ ਕੇ ਜਾਏਂਗੇ, ਉਹ ਜਿਹੜੇ ਨਰ ਆ, ਉਹ ਜਿਹੜੇ ਜੀਵ ਆ, ਅਵੱਛ ਹੀ ਨਰਕਾਂ ਵਿੱਚ ਜਾਣਗੇ। ਸਤ ਭਾਖੈ ਰਵਿਦਾਸ, ਸਤਿਗੁਰੂ ਦਾਸ ਜੀ ਕਹਿੰਦੇ ਕਿ ਮੈਂ ਅਟਲ ਸੱਚਾਈ ਦੱਸ ਰਿਹਾ ਏ। ਸਤ ਭਾਖੈ, ਸੱਚ ਭਾਖੈ ਭਾਵ ਬੋਲਣਾ, ਕਹਿਣਾ, ਦੱਸਣਾ। ਰਵਿਦਾਸ ਸਤਿਗੁਰੂ ਦਾਸ ਨਾਲ। ਇਸ ਲਈ ਸਾਧ ਸੰਗਤ ਜੀ, ਪਰਮੇਸ਼ਰ ਦੀ ਯਾਦ ਦੇ ਅੰਦਰ ਜੀਣਾ ਹੀ ਅਸਲ ਜ਼ਿੰਦਗੀ ਹੈ। ਤੇ ਸਾਧ ਸਿੰਘ ਉਸੇ ਨੂੰ ਸਤਿਗੁਰਾਂ ਦੇ ਬਚਨ ਨੇ, ਪ੍ਰਥਮ ਗੁਰੂ ਕੋ ਨਮਸਕਾਰ। ਪ੍ਰਥਮ ਗੁਰੂ ਨੂੰ ਨਮਸਕਾਰ ਹੈ, ਜਿਸ ਪਰਮ ਪਿਤਾ ਪਰਮੇਸ਼ਰ ਦੀ ਰਹਿਮ ਸਦਕਾ ਇਹ ਮਨੁੱਖਾ ਜੀਵਨ ਪ੍ਰਾਪਤ ਹੈ। ਸਗਲ ਜਗਤ ਕੇ ਆਧਾਰ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ। ਓਂਕਾਰ ਕੀ ਰਾਹ ਚਲਾਏ, ਇੱਕ ਅਕਾਲ ਪੁਰਖ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਸਾੜ ਕੇ ਤੇ ਸਾਸੰਦ ਪਾਲਣ ਦੀ ਤੇ ਪੈਦਾ ਕਰਨ ਦੀ ਜਿਹੜੀ ਪਰਮੇਸ਼ਰ ਦੀ ਆਪਣੀ ਰੀਤੀ ਏ, ਮਰਜ਼ਾਦਾ ਏ, ਉਹ ਚੱਲਦੀ ਹੈ ਤੇ ਚੱਲਦੀ ਰਹੇਗੀ, ਰਹਿੰਦੀ ਦੁਨੀਆ ਤੱਕ। ਓਂਕਾਰ ਕੀ ਰਾਹ, ਕਿਉਂਕਿ ਪਰਮੇਸ਼ਰ ਦੀ ਆਪਣੀ ਮਰਜ਼ਾਦਾ ਹੈ ਮਨੁੱਖ ਨੂੰ ਪੈਦਾ ਕਰਨਾ।
ਓਂਕਾਰ ਕੀ ਰਾਹ ਚਲਾਏ, ਸਤਿਗੁਰ ਹੋਏ ਆਪ ਸਹਾਈ। ਤੇ ਪਰਮਪਿਤਾ ਪਰਮੇਸ਼ਰ ਸਤਿਗੁਰ ਹੀ ਸਹਾਈ ਹੁੰਦਾ ਏ ਜੋ ਸਾਨੂੰ ਜੀਵਨ ਪ੍ਰਾਪਤ ਹੁੰਦਾ। ਓਂਕਾਰ ਕੀ ਰਾਹ ਚਲਾਈ, ਸਤਿਗੁਰ ਹੋਏ ਆਪ ਸਹਾਈ। ਓੰ ਆਦ ਉਦਾਸੀ ਆਏ। ਜਦੋਂ ਸਾਹਿਬ ਨੇ ਸ੍ਰਿਸ਼ਟੀ ਪੈਦਾ ਕੀਤੀ, ਸਭ ਤੋਂ ਪਹਿਲਾਂ ਰੱਬੀ ਬੰਦਗੀ ਵਾਲੀ ਰੱਬੀ ਰੂਹਾਂ ਧਰਤੀ ਤੇ ਪੈਦਾ ਕੀਤੀਆਂ, ਜਿਹਨੂੰ ਅਸੀਂ ਸਪਤ ਰਿਸ਼ੀ ਕਹਿੰਦੇ ਹਾਂ, ਜਿਨ੍ਹਾਂ ਨੇ ਪਰਮਪਿਤਾ ਪਰਮੇਸ਼ਰ ਦੀ ਆਰਾਧਨਾ ਕੀਤੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਓੰ ਆਦ ਉਦਾਸੀ ਆਏ, ਉਦਾਸ ਧਰਮ ਕਾ ਰਾਹ ਚਲਾਈ। ਜਿਨ੍ਹਾਂ ਨੇ ਆਪਣੇ ਕੋਲ ਆਤਮਾ ਦੇ ਕੋਲ ਭਾਵ ਆਤਮਾ ਦੀ ਮਨੁੱਖਾ ਚੋਲਾ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਸਿਮਰਨ ਦਾ ਮਾਰਗ ਦੱਸਿਆ। ਓੰ ਆਦ ਉਦਾਸੀ, ਆਪਣੇ ਕੋਲ ਬਹਿਣਾ ਭਾਵ ਆਤਮਾ ਨੇ ਪਰਮਾਤਮਾ ਦੀ ਯਾਦ ਅੰਦਰ ਬਹਿਣਾ। ਉਦਾਸ ਉਦਾਸ, ਆਪਣੇ ਕੋਲ ਆਸਣ ਕਰ ਲੈਣਾ। ਓੰ ਆਦ ਉਦਾਸੀ ਆਈ, ਉਦਾਸ ਧਰਮ ਕਾ ਰਾਹ ਚਲਾਈ। ਉਹ ਧਰਮ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਸਗਲ ਸ੍ਰਿਸ਼ਟ ਮੈਂ, ਸਗਲ ਧਰਮ ਮੈਂ ਉੱਤਮ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਭ ਤੋਂ ਉੱਤਮ ਕਰਮ ਪਰਮੇਸ਼ਰ ਦਾ ਸੀ। ਇਸ ਲਈ ਓੰ ਆਦ ਉਦਾਸੀ ਆਏ, ਉਦਾਸ ਧਰਮ ਕਾ ਰਾਹ ਚਲਾਏ। ਓੰ ਆਦ ਉਦਾਸੀ ਆਏ, ਸਤਨਾਮ ਕਾ ਜਾਪ ਜਪਾਏ। ਕਿ ਉਹਨਾਂ ਸਪਤ ਰਿਸ਼ੀਆਂ ਨੇ ਸਤਨਾਮ ਦਾ ਜਾਪ ਕੀਤਾ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਸਤਨਾਮ ਤੇਰਾ ਭਰਪੂਰ ਵਲਾ, ਸਤਨਾਮ ਸਦਾ ਸੁਖਦਾਈ। ਜਿਸ ਨੂੰ ਸਤਿਗੁਰੂ ਦਾਸ ਜੀ ਵਚਨ ਕਰਦੇ ਨੇ ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤਨਾਮ ਹੈ ਹਰ ਭੋਗ ਤੁਹਾਰੇ। ਇਸ ਲਈ ਆਦ ਉਦਾਸੀ ਆਏ, ਓੰ ਆਦ ਉਦਾਸੀ ਆਏ, ਸਤਨਾਮ ਕਾ ਜਾਪ ਜਪਾਏ। ਓੰ ਅੱਖਰ ਨਾਮ ਉਦਾਸੀ, ਸੋਹੰ ਅੱਖਰ ਨਾਮ ਸੰਨਿਆਸੀ। ਓੰ ਸੋਹੰ ਆਪੇ ਆਪ, ਆਪ ਜਪਾਏ ਸੋਹੰ ਕਾ ਜਾਪ। ਉਦਾਸ ਮਾਰਗ ਮੈਂ ਰਹੇ ਉਦਾਸੀ, ਨਾਨਕ ਸੋ ਕਹੀਏ ਉਦਾਸੀ। ਜਿਹੜਾ ਆਪਣੇ ਕੋਲ ਬੈਠ ਗਿਆ ਭਾਵ ਪ੍ਰਭੂ ਪਰਮੇਸ਼ਰ ਪਰਮਾਤਮਾ ਤੱਕ ਪਹੁੰਚ ਗਿਆ, ਉਹਨੂੰ ਉਦਾਸੀ ਕਹਿੰਦੀ ਹੈ। ਇਸ ਲਈ ਸਾਹਿਬ ਦੇ ਬਚਨ ਹਨ, ਇਹ ਮੰਤਰ ਮਹਾ ਸਤਨਾਮ ਹੈ, ਸਤਨਾਮ ਸਦਾ ਸੁਖਦਾਈ। ਇਹ ਮੰਤਰ ਮਹਾ ਸਤਨਾਮ ਹੈ, ਸਭ ਤੋਂ ਉੱਤਮ ਸ਼ਬਦ ਜਾਪ ਸਤਨਾਮ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨਮਸਕਾਰ ਗੁਰਦੇਵ ਕੋ ਸਤਨਾਮ, ਜਿਸ ਮੰਤਰ ਸੁਣ ਆਇਆ। ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣ ਆਇਆ। ਇਸ ਲਈ ਇਹ ਮੰਤਰ ਮਹਾ ਸਤਨਾਮ ਹੈ, ਨਿੱਧ ਦੀ ਜਪੈ ਜੂ ਅਰੋਗ ਚ ਹੈ। ਜਿਹੜਾ ਅੰਤਰਾਤਮੇ ਤੇ ਚਾਹੁੰਦਾ ਏ ਕਿ ਸਦੀਵੀ ਸੁੱਖ ਮਿਲ ਜਾਏ, ਅਰੋਗ ਰਹੀਏ, ਕੋਈ ਰੋਗ ਨੇੜੇ ਨਾ ਆਵੇ, ਤੇ ਪਾਤਸ਼ਾਹ ਕਹਿੰਦੇ ਸੱਚੇ ਨਾਮ ਸਤਨਾਮ ਦਾ ਸਿਮਰਨ ਕਰਿਆ। ਨਿੱਧ ਦੀ ਜਪੇ ਜੂ ਅਰੋਗ ਚ ਹੈ, ਤਨ ਤਾਪ ਕਹਾਂ ਇਸ ਤੇ ਜੂ ਕਹੈ। ਤਨ ਦਾ ਤਾਪ ਰੋਗ ਸਾਰਾ ਨਾਸ਼ ਹੋ ਜਾਵੇਗਾ, ਜਿਨ੍ਹਾਂ ਨੇ ਹਿਰਦੇ ਤੋਂ ਆਤਮਾ ਤੋਂ ਪਰਮਾਤਮਾ ਦੀ ਰਹਿਮਤ ਸਦਕਾ ਲਿਵ ਲਗਾ ਕੇ ਇੱਕ ਟੇਕ ਸਤਨਾਮ ਦਾ ਜਾਪ ਕੀਤਾ। ਨਿੱਧ ਦੀ ਜਪੇ ਜੂ ਅਰੋਗ ਚਹਿ, ਤਨ ਤਾਪ ਕਹਾਂ ਇਸ ਤੇ ਜੂ ਕਹੈ। ਜਗ ਤੀਨੋਂ ਤਾਪਨ ਖਾ ਪਦ ਹੈ। ਸੰਸਾਰ ਦਾ ਜਿਹੜਾ ਰੋਗ ਆ, ਜੋ ਅੱਜ ਕਰੋਨਾ ਮਹਾਂਮਾਰੀ ਫੈਲਿਆ ਏ, ਜਿਸ ਨੂੰ ਪਾਤਸ਼ਾਹ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਇਸੇ ਪਰਮੇਸ਼ਰ ਦੇ ਸੱਚੇ ਨਾਮ ਨੇ ਹੀ ਸਹਾਇਤਾ ਕਰਨੀ, ਸਹਾਈ ਹੋਣਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਨਿੱਧ ਦੀ ਜਪੈ ਜੂ ਅਰੋਗ ਚਹਿ, ਤਨ ਤਾਪ ਕਹਾਂ ਇਸ ਤੇ ਜੂ ਕਹੈ। ਜਗ ਤੀਨੋਂ ਤਾਪਨ ਖਾ ਪਦ ਹੈ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਨਾ ਕੋਈ ਲਾਗੇ, ਡਾਕੀ ਪ੍ਰਭ ਆਗੇ ਅਰਦਾਸ। ਉਹ ਪਰਮਪਿਤਾ ਪਰਮੇਸ਼ਰ ਜਿਹੜਾ ਤਿੰਨਾਂ ਤਾਪਾਂ ਦਾ ਨਾਸ਼ ਕਰਨ ਵਾਲਾ, ਉਹਦੇ ਚਰਨਾਂ ਵਿੱਚ ਅਰਦੋਈਆਂ ਕਰਦੇ ਹਾਂ, ਅੱਡ ਅਰਦਾਸਾਂ ਕਰਦੇ ਹਾਂ। ਇਸ ਲਈ ਤਨ ਤਾਪ ਕਹਾਂ ਇਸ ਤੇ ਜੂ ਕਹੈ। ਜਗ ਤੀਨੋਂ ਤਾਪਨ ਖਾ ਪਦ ਹੈ। ਮੁਖ ਧਨ ਜਪੇ ਸਤਨਾਮ ਸਦਾ। ਉਹ ਮੁਖੜੇ ਧਨ ਨੇ ਜਿਹੜੇ ਸਤਨਾਮ ਵਾਹਿਗੁਰੂ ਦੇ ਜਾਪ ਕਰਦੇ। ਮੁਖ ਧਨ ਜਪੇ ਸਤਨਾਮ ਸਦਾ, ਕਿਸੇ ਸੰਕਟ ਹੋਣ ਨਾ ਦੇਤ ਕਦਾ। ਇਹ ਸਿਮਰਨ ਜਿਹੜਾ ਏ ਜ਼ਿੰਦਗੀ ਵਿੱਚ ਕੋਈ ਸੰਕਟ ਵਿਘਨ ਪੈਣ ਨਹੀਂ ਦਿੰਦਾ, ਆਉਣ ਹੀ ਨਹੀਂ ਦਿੰਦਾ। ਇਸ ਲਈ
ਵੱਡ ਭਾਗ ਪਰੇ ਲਿਵ ਲਾਵਤ ਹੈ। ਜਿਨ੍ਹਾਂ ਦੀ ਲਿਵ ਲੱਗ ਗਈ ਏ ਤੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਵੱਡੇ ਭਾਗ ਨੇ। ਵੱਡੇ ਭਾਗ ਸਾਰ ਸਿਉ ਬਣ ਆਏ, ਵੱਡੇ ਭਾਗ ਭੇਟੇ ਗੁਰਦੇਵਾ, ਕੂਟ ਪਰਾਧ ਮਿਟੇ ਹਰ ਸੇਵਾ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਜਗ ਤੀਨੋ ਤਾਪਨ ਖਪਾਦੈ, ਮੁਖ ਧਨ ਜਪੀ ਸਤਨਾਮ ਸਦਾ, ਕੀ ਸੰਕਟ ਹੋਣ ਨਾ ਦੇਤ ਕਦਾ, ਵੱਡ ਭਾਗ ਭਰੇ ਲਿਵ ਲਾਵਤ ਹੈ। ਦੁਖ ਲੂਕ ਪਰਲੋਕ ਨਸਾਵਤ ਹੈ। ਲੋਕ ਪਰਲੋਕ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ, ਦੂਰ ਭਜਾ ਦਿੰਦਾ ਹੈ। ਇਸ ਲਈ ਕਹਿ ਸਿੱਖਨ ਸਾਥ ਬੇਕਾਰ ਤਜੋ। ਇਹ ਸਤਸੰਗੀ ਗੁਰਸਿੱਖ ਸੰਗਤ ਜਨੋ, ਸੰਗਤ ਰੂਪ ਹੋ ਕਰਕੇ ਕਹਿ ਸਿੱਖਨ ਸਾਥ ਬੇਕਾਰ ਤਜੋ। ਬੇਕਾਰਾਂ ਨੂੰ ਛੱਡ ਕੇ, ਬੇਕਾਰਾਂ ਨੂੰ ਤਿਆਗ ਕੇ ਸਤਨਾਮ ਭਜੋ, ਸਤਨਾਮ ਪੜੂ, ਸਤਨਾਮ ਪੜੂ। ਸੱਚੇ ਨਾਮ ਦਾ ਸਿਮਰਨ ਕਰਿਆ ਕਰੋ। ਇਸ ਲਈ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇਸ ਲਈ ਅਸਲੋ ਪਾਰ ਬ੍ਰਹਮ ਪਰਮੇਸ਼ਰ ਨੂੰ ਭੁੱਲ ਕੇ ਕਦਾਚਿਤ ਵੀ ਦੁਨੀਆ ਦੀਆਂ ਜਿੰਨੀਆਂ ਮਰਜ਼ੇ ਦੇਵਤੇ ਜਿਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ, ਤੁਮ ਸੋ ਠਾਕਰ ਔਰ ਨਾ ਦੇਵੋ। ਇਹ ਪਰਮ ਪਿਤਾ ਪਰਮੇਸ਼ਰ, ਜੈ ਜੈ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕਰ ਔਰ ਨਾ। ਮੈਂ ਜਿੱਥੇ ਵੀ ਜਾਵਾਂਗਾ, ਜਿੱਥੇ ਵੀ ਰਹਾਂਗਾ, ਉੱਥੇ ਤੇਰਾ ਹੀ ਸਿਮਰਨ ਕਰਾਂਗਾ, ਤੇਰੇ ਹੀ ਗੁਣ ਗਾਵਾਂਗਾ, ਕਿਉਂਕਿ ਤੇਰੀ ਵਰਗਾ ਦੇਵਤਾ ਤੇ ਭਗਵਾਨ ਤੇ ਇਸ ਧਰਤੀ ਤੇ ਹੈ ਹੀ ਨਹੀਂ। ਇੱਥੇ ਤਾਂ ਬੰਦਾ ਬੰਦੇ ਤੋਂ ਪਰਛਾਵੇਂ ਤੋਂ ਪਿੱਟ ਮੰਨਦਾ ਏ, ਬੰਦਾ ਬੰਦੇ ਨੂੰ ਲਤਾੜਦਾ ਹੈ। ਇਸ ਲਈ ਪਰਮੇਸ਼ਰ ਪਰਮ ਪਿਤਾ ਹਰ ਸੂ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੂੜਕ ਜਾਏਂਗੇ। ਐਸੇ ਨਰ, ਐਸੇ ਦੇਵ ਅਵਸ਼ ਨਰਕਾਂ ਵਿੱਚ ਜਾਣ ਕੇ ਖੁਆਰ ਹੋਣਗੇ, ਜਿਸ ਨੂੰ ਪਾਸ਼ ਕਹਿੰਦੇ ਦਾਈ ਬੇਛੂੜ, ਦਾਈ ਬੇਸਾਰ ਬੇਗੁਚਣਾ। ਜਿਹੜੇ ਦਵੈਤ ਵਿੱਚ ਫਸ ਕੇ ਪਰਮੇਸ਼ਰ ਤੈਨੂੰ ਭੁੱਲ ਜਾਂਦੇ ਨੇ, ਕਹਿੰਦੇ ਉਹ ਫਿਰ ਖੁਆਰ ਹੀ ਹੁੰਦੇ ਆ, ਉਹ ਤਾਂ ਫਿਰ ਖੱਜਲੇ ਹੁੰਦੇ ਆ ਸਾਰੀ ਜ਼ਿੰਦਗੀ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੂੜਕ ਜਾਏਂਗੇ। ਸਤ ਭਾਖੈ ਰਵਤ, ਇਹ ਸੱਚੀ ਗੱਲ ਆਖ ਰਹੇ ਹਾਂ, ਅਟਲ ਸਜਾਈ ਹੈ। ਇਸ ਲਈ ਪਾਤਸ਼ਾਹ ਸਤ ਸੰਗਤ ਜੀ ਸਤਿਗੁਰ ਦੇ ਚਰਨਾਂ ਦੀ ਓਟ ਲੈ ਕਰਕੇ, ਜਿਵੇਂ ਸਾਹਿਬ ਦੇ ਬਚਨ ਨੇ, ਮੁਕੰਦ ਮੁਕੰਦ ਜਪੂ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ। ਮੁਕਤੀ ਦੇ ਦਾਤੇ ਦੇ ਸਿਮਰਨ ਤੋਂ ਬਿਨਾਂ ਇਹ ਤਨ ਬੌੜਿਓ ਹਾਰ ਜਾਂਦਾ। ਇਸ ਲਈ ਮੁਕੰਦ ਮੁਕੰਦ ਜਪੂ ਸੰਸਾਰ, ਬਿਨ ਮੁਕੰਦ ਤਨ ਹੋਈ ਔਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕੇ ਸੇਵਕੋ ਸਦਾ ਆਨੰਦੇ। ਸੇਵ ਮੁਕੰਦ ਕਰੈ ਵੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਜਿਹੜੇ ਪਰਮੇਸ਼ਰ ਤੈਨੂੰ ਸਿਮਰਦੇ ਨੇ, ਉਹਨਾਂ ਨੂੰ ਤੂੰ ਆਪਣੇ ਨਾਮ ਦੇ ਸਿਮਰਨ ਦੀ ਖਾਣੇ ਬਖਸ਼ ਦਿੰਦਾ, ਖਜ਼ਾਨਾ ਬਖਸ਼ ਦਿੰਦਾ। ਇਸ ਲਈ ਸਾਧ ਸੰਗਤ ਜੀ ਪਾਤਸ਼ਾਹ ਦੇ ਬਚਨ ਹਨ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਸੋ ਆਓ ਛੋਟੀ ਜੀ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਜੀ ਪ੍ਰਭ ਕਾ ਸਿਮਰਨ ਹੈ ਸਭ ਤੇ ਉੱਚਾ, ਸਭ ਤੇ ਉੱਚਾ। ਜੀ ਪ੍ਰਭ ਕਾ ਸਿਮਰਨ ਹੈ ਸਭ ਤੇ ਉੱਚਾ, ਸਭ ਤੇ ਉੱਚਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੈ ਮੂਚਾ। ਸੇ ਸਿਮਰੈ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ। ਜੀ ਪ੍ਰਭ ਕਾ ਸਿਮਰਨ ਹੈ ਸਭ ਤੇ ਉੱਚਾ, ਸਭ ਤੇ ਉੱਚਾ। ਜੀ ਪ੍ਰਭ ਕਾ ਸਿਮਰਨ ਹੈ ਸਭ ਤੇ ਉੱਚਾ, ਸਭ ਤੇ ਉੱਚਾ। ਇਸ ਲਈ ਸਾਧ ਸੰਗਤ ਜੀ ਕਬੀਰ ਜੈਸੀ ਉਪਜੀ ਪੇੜ ਤੇ, ਜੈਸੀ ਪ੍ਰੇਤ ਮਾਤਾ ਦੀ ਕੁੱਖ ਵਿੱਚ ਸੀ, ਪੇਟ ਵਿੱਚ ਸੀ, ਤੈਸੀ ਨਿਭੈ ਓੜ। ਜੇ ਇਹੋ ਜਿਹੇ ਪ੍ਰੀਤੀ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਨਾਲ ਹੀ ਨਿਭ ਜਾਏ। ਤੇ ਸਾਹਿਬ ਕਹਿੰਦੇ ਹੀਰਾ ਕਿਸ ਕਾ ਬਾਪੁਰਾ, ਹੀਰੇ ਦੀ ਕਿਹੜੀ ਕੀਮਤ ਆ। ਪੁੱਜਨ ਰਤਨ ਕਰੋੜ, ਫਿਰ ਤਾਂ ਕਰੋੜਾਂ ਰਤਨ ਵੇ ਇਹ ਪ੍ਰਾਣੀ ਤੇਰੀ ਬਰਾਬਰੀ, ਤੇਰੀ ਸਿਮਰਨ ਦੀ, ਤੇਰੀ ਪਾਵਰ ਦੀ, ਤੇਰੀ ਸ਼ਕਤੀ, ਤੇਰੀ ਤਾਕਤ ਦੀ ਮੁੱਲ ਨਹੀਂ ਤਾਰ ਸਕਦੀ। ਤੇ ਇੱਕ ਰਤਨ ਨੂੰ ਸਾਧ ਸੰਗਤ ਜੀ 12 ਸਾਲ ਲੱਗਦੇ ਆ ਗਲਛਣ ਵਾਸਤੇ। ਤੇ ਪਾਤਸ਼ਾਹ ਕਹਿੰਦੇ ਜੇ ਤੇਰੀ ਪ੍ਰੀਤ ਪਰਮੇਸ਼ਰ ਨਾਲ ਬਣ ਜਾਏ
ਤੇ ਕਹਿੰਦੇ ਕਰੋੜਾਂ ਰਤਨ ਨਹੀਂ ਤੇਰੀ ਬਰਾਬਰੀ ਕਰ ਸਕਦੇ। ਇਸ ਲਈ ਹਰ ਕਾ ਸੇਵਕ ਸੂ ਹਰ ਦੇਹਾ, ਭੇਦ ਨਾਮ ਜਾਣੋ ਮਾਨਸ ਦੇਹਾ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੈ ਸੋ ਮਾਹੀ। ਤਾਂ ਸਾਧ ਸੰਗਤ ਜੀ, ਕਰੋਨਾ ਮਹਾਂਮਾਰੀ ਸਤਿਗੁਰੂ ਸ਼ਾਂਤੀ ਬਖਸ਼ਣ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਿਤ ਦੁਆਰੇ ਉਭਰੈ ਤਿਤੈ ਲਹਿ ਉਧਾਰ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉ ਜਾਨੋ ਤਿਉ ਕਰ ਗਤ ਮੇਰੀ। ਪੁੰਨਿਆ ਭੁੱਲਾਂ ਦੀ ਖਿਮਾ। ਜੈ ਗੁਰਦੀਪ, ਧੰਨ ਗੁਰਦੀਪ। ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।